ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ BA ਸਮੈਸਟਰ 6th ਦੀ ਆਪਣੀ 10th ਪੋਇਮ ਹੈ ਜਿਹੜੀ ਦ ਕਿੰਗਫਿਸ਼ਰ। ਕਿੰਗਫਿਸ਼ਰ ਹੁੰਦੀ ਹੈ ਰਾਮਚਿੜੀ, ਵੈਸੇ ਆਪਾਂ ਇਸ ਨੂੰ ਕਿੰਗਫਿਸ਼ਰ ਦੇ ਨਾਮ ਨਾਲ ਹੀ ਜ਼ਿਆਦਾ ਜਾਣਦੇ ਹਾਂ, ਬਾਏ WH ਡੇਵਿਜ਼। ਇਸ ਪੋਇਮ ਦੇ ਵਿੱਚ ਜਿਹੜਾ ਇਹ ਰਾਈਟਰ ਹੈ WH ਡੇਵਿਜ਼, ਇਸ ਨੇ ਜਿਹੜਾ ਇਹ ਆਪਣਾ ਪੰਛੀ ਹੈ ਕਿੰਗਫਿਸ਼ਰ, ਇਸ ਦੀ ਤਾਰੀਫ ਹੈ ਜਿਹੜੀ ਉਹ ਕੀਤੀ ਹੈ। ਸੋ ਅੱਗੇ ਦੇਖੋ ਪੋਇਮ ਦੇ ਵਿੱਚ ਆਪਾਂ ਪੜ੍ਹਦੇ ਹਾਂ, ਦੇਖਦੇ ਹਾਂ ਪੋਇਮ ਦੇ ਵਿੱਚ ਹੈ ਕੀ ਹੈ। ਅਬਾਊਟ ਦ ਪੋਇਮ, ਦਿਸ ਪੋਇਮ ਰਿਪਰੈਜ਼ੈਂਟਸ ਦ ਬਿਊਟੀ ਐਂਡ ਬ੍ਰਾਈਟਨੈਸ ਆਫ ਅ ਬਰਡ ਦ ਕਿੰਗਫਿਸ਼ਰ। ਜਿਹੜਾ ਕਿੰਗਫਿਸ਼ਰ ਇਹ ਪੰਛੀ ਹੈ, ਇਸ ਦੀ ਬਿਊਟੀ, ਸੁੰਦਰਤਾ ਔਰ ਇਸ ਦੀ ਬ੍ਰਾਈਟਨੈਸ ਹੈ ਜਿਹੜੀ, ਉਸ ਦੇ ਬਾਰੇ ਆਪਾਂ ਨੂੰ ਦੱਸਿਆ ਗਿਆ ਹੈ। ਦ ਪੋਇਟ ਇਜ਼ ਅਟਰੈਕਟਡ ਬਾਏ ਦ ਬ੍ਰਾਈਟ ਕਲਰਸ ਆਫ ਦ ਬਰਡ। ਇਸ ਪੰਛੀ ਦੇ ਜਿਹੜੇ ਬ੍ਰਾਈਟ ਕਲਰਸ ਨੇ, ਮਤਲਬ ਕਲਰਫੁਲ ਪੰਛੀ ਹੈ ਇਹ, ਉਸ ਦਾ ਉਹਨਾਂ ਤੋਂ ਬਹੁਤ ਜ਼ਿਆਦਾ ਅਟਰੈਕਟ ਹੋਇਆ ਪੋਇਟ। ਦ ਪੋਇਟ ਕਾਲਸ ਦ ਕਿੰਗਫਿਸ਼ਰ, ਕਿੰਗਫਿਸ਼ਰ ਨੂੰ ਜਿਹੜਾ ਪੋਇਟ ਹੈ ਉਹ ਕੀ ਕਹਿੰਦਾ ਹੈ, ਦ ਚਾਈਲਡ ਆਫ ਰੇਨਬੋ, ਰੇਨਬੋ ਦਾ ਬੱਚਾ ਜਿਹੜਾ, ਇਹ ਕਹਿ ਕੇ ਉਸ ਨੂੰ ਬੁਲਾਉਂਦਾ ਹੈ। ਹੀ ਇਮੈਜਿਨਸ ਦੈਟ ਦ ਰੇਨਬੋ ਇਜ਼ ਦ ਬਰਡਸ ਮਦਰ। ਉਹ ਮਤਲਬ ਇਮੈਜਿਨ ਕਰਦਾ ਹੈ ਇਸ ਪੋਇਮ ਦੇ ਵਿੱਚ ਕਿ ਜਿਹੜਾ ਇਹ ਕਿੰਗਫਿਸ਼ਰ ਹੈ ਉਹ ਰੇਨਬੋ ਦਾ ਬੱਚਾ, ਔਰ ਰੇਨਬੋ ਹੈ ਜੋ ਉਸ ਦੀ ਮਾਤਾ ਹੈ, ਉਸ ਦੀ ਮਦਰ ਹੈ। ਹੂ ਗੇਵ ਆਲ ਹਰ ਕਲਰਸ ਟੂ ਦ ਬਰਡ, ਜਿਸਨੇ ਕਿ ਮਤਲਬ ਰੇਨਬੋ ਨੇ ਆਪਣੇ ਜਿਹੜੇ ਕਲਰ ਨੇ ਉਹ ਇਸ ਨੂੰ, ਪੰਛੀ ਨੂੰ ਦੇ ਦਿੱਤੇ। ਦ ਕਿੰਗਫਿਸ਼ਰ ਆਲਵੇਜ਼ ਪ੍ਰੀਫਰਸ ਟੂ ਲਿਵ ਨੀਅਰ ਲੋਨਲੀ ਪੂਲਸ ਐਂਡ ਲੇਕਸ। ਜਿਹੜਾ ਕਿੰਗਫਿਸ਼ਰ ਹੈ ਉਹ ਪ੍ਰੀਫਰ ਕਰਦਾ ਹੈ ਮਤਲਬ ਹਮੇਸ਼ਾ ਹੀ ਰਹਿਣਾ ਲੋਨਲੀ ਪੂਲਸ, ਮਤਲਬ ਕਿ ਸੁਨਸਾਨ ਜਿਹੜੇ ਪੂਲਸ ਨੇ ਉਹਨਾਂ ਤੇ, ਐਂਡ ਲੇਕਸ ਦੇ ਉੱਪਰ। ਦ ਪੋਇਟ ਆਲਸੋ, ਜਿਹੜਾ ਪੋਇਟ ਹੈ ਉਹ ਵੀ ਲਾਈਕ ਦ ਕਿੰਗਫਿਸ਼ਰ, ਕਿੰਗਫਿਸ਼ਰ ਦੀ ਤਰ੍ਹਾਂ ਹੀ ਪ੍ਰੀਫਰਸ ਟੂ ਲਿਵ ਅ ਪੀਸਫੁਲ ਲਾਈਫ, ਉਹ ਵੀ ਮਤਲਬ ਪੀਸਫੁਲ ਲਾਈਫ ਹੈ ਜਿਹੜੀ ਉਹ ਜੀਣਾ ਚਾਹੁੰਦਾ ਹੈ। ਅਵੇ ਫਰੋਮ ਪਬਲਿਕ ਪਲੇਸ, ਪਬਲਿਕ ਪਲੇਸ ਤੋਂ ਦੂਰ, ਮਤਲਬ ਦੁਨੀਆ ਦੀਆਂ ਨਜ਼ਰਾਂ ਤੋਂ ਦੂਰ। ਨੈਕਸਟ, ਇਸ ਤੋਂ ਅੱਗੇ, ਦ ਪੋਇਟ ਕੰਪੇਅਰਸ ਦ ਕਿੰਗਫਿਸ਼ਰ ਵਿਦ ਦ ਪੀਕੌਕ, ਪੀਕੌਕ ਦੇ ਨਾਲ ਕਿੰਗਫਿਸ਼ਰ ਨੂੰ ਕੰਪੇਅਰ ਕਰਦਾ, ਮੋਰ ਦੇ ਨਾਲ। ਬ੍ਰਿੰਗਸ ਆਊਟ ਦ ਡਿਫਰੈਂਸ ਬਿਟਵੀਨ ਟੂ ਵਰਡਸ, ਮਤਲਬ ਇਹਨਾਂ ਦੋ ਜਿਹੜੇ ਪੰਛੀ ਨੇ ਉਹਨਾਂ ਦੇ ਵਿਚਲਾ ਅੰਤਰ ਹੈ ਜਿਹੜਾ ਉਹ ਆਪਾਂ ਨੂੰ ਦੱਸਦਾ ਹੈ। ਹੀ ਐਕਸਪਲੇਨਸ ਦੈਟ, ਐਕਸਪਲੇਨ ਕਰਦਾ ਹੈ ਦੈਟ ਦ ਪੀਕੌਕ ਸ਼ੋਜ਼ ਇਟਸੈਲਫ ਆਫ, ਮਤਲਬ ਜਿਹੜਾ ਪੀਕੌਕ ਹੈ ਉਹ ਸ਼ੋ ਆਫ ਜ਼ਿਆਦਾ ਕਰਦਾ, ਆਪਣੇ ਆਪ ਨੂੰ ਦਿਖਾਵਾ ਕਰਦਾ ਹੈ। ਐਂਡ ਲਿਵਸ ਇਨ ਕਿੰਗਸ ਗਾਰਡਨਸ, ਅਤੇ ਰਾਜਿਆਂ ਦੇ ਜਿਹੜੇ ਗਾਰਡਨਸ ਨੇ ਉਹਨਾਂ ਦੇ ਵਿੱਚ ਰਹਿੰਦਾ ਹੈ। ਬਟ ਕਿੰਗਫਿਸ਼ਰ ਡਜ਼ ਨਾਟ ਸ਼ੋ ਇਟਸੈਲਫ ਆਫ, ਪਰ ਕਿੰਗਫਿਸ਼ਰ ਹੈ ਜਿਹੜਾ ਉਹ ਸ਼ੋ ਆਫ ਨਹੀਂ ਕਰਦਾ। ਇਟ ਜਸਟ ਵਾਂਟ ਟੂ ਲਿਵ ਇਨ ਪੀਸਫੁਲ ਪਲੇਸ, ਉਹ ਸਿਰਫ ਸ਼ਾਂਤਮਈ ਜਿਹੜੀ ਜਗ੍ਹਾ ਉੱਥੇ ਰਹਿਣਾ ਚਾਹੁੰਦਾ ਹੈ। ਅਵੇ ਫਰੋਮ ਪਬਲਿਕ, ਦੁਨੀਆ ਦੀਆਂ ਨਜ਼ਰਾਂ ਤੋਂ ਦੂਰ। ਐਂਡ ਅੱਗੇ ਨੈਕਸਟ ਦੇਖੋ, ਆਪਾਂ ਇਸ ਪੋਇਮ ਦਾ ਜਿਹੜਾ ਲੌਂਗ ਕੁਐਸਚਨ ਹੈ ਉਹ ਕਰਾਂਗੇ। ਇੱਕ ਹੀ ਆਪਾਂ ਨੇ ਲੌਂਗ ਕੁਐਸਚਨ ਕਰਨਾ, ਇਸ ਦਾ ਕੋਮਨ ਸਮਰੀ ਆ ਜਾਵੇ, ਥੀਮ ਆ ਜਾਵੇ, ਜਾਂ ਫਿਰ ਮੇਨ ਆਈਡੀਆ ਆ ਜਾਵੇ, ਆਪਾਂ ਨੇ ਸਿਰਫ ਇੱਕ ਹੀ ਕੁਐਸਚਨ ਹੈ ਜਿਹੜਾ ਮਤਲਬ ਇਸ ਦਾ ਆਨਸਰ ਹੈ ਜਿਹੜਾ ਕੋਮਨ ਦੇਣਾ ਹੈ। ਸੋ ਦੇਖੋ ਸਟਾਰਟ ਕਰਦੇ ਹਾਂ। ਦ ਕਿੰਗਫਿਸ਼ਰ ਇਜ਼ ਅ ਬਿਊਟੀਫੁਲ ਸਿੰਪਲ ਪੋਇਮ ਰਿਟਨ ਬਾਏ WH ਡੇਵਿਜ਼, WH ਡੇਵਿਜ਼ ਦੁਆਰਾ ਲਿਖੀ ਗਈ ਇੱਕ ਸਿੰਪਲ ਛੋਟੀ ਜਿਹੀ ਪੋਇਮ ਹੈ। ਇਟ ਰਿਪਰੈਜ਼ੈਂਟਸ ਦ ਬਿਊਟੀ ਐਂਡ ਬ੍ਰਾਈਟਨੈਸ ਆਫ ਅ ਬਰਡ, ਇਸ ਪੋਇਮ ਦੇ ਵਿੱਚ ਇੱਕ ਪੰਛੀ ਦੀ ਸੁੰਦਰਤਾ ਅਤੇ ਬ੍ਰਾਈਟਨੈਸ ਹੈ ਜਿਹੜੀ ਉਸ ਨੂੰ ਦਰਸਾਇਆ ਗਿਆ। ਇਨ ਦਿਸ ਪੋਇਮ, ਇਸ ਪੋਇਮ ਦੇ ਵਿੱਚ ਦ ਪੋਇਟ ਐਕਸਪ੍ਰੈਸਸ ਹਿਜ਼ ਫੀਲਿੰਗਸ, ਆਪਣੀਆਂ ਫੀਲਿੰਗਸ ਨੇ ਜਿਹੜੀਆਂ ਉਹ ਐਕਸਪ੍ਰੈਸ ਕਰਦਾ ਹੈ। ਆਫ ਵਨਨੈਸ ਵਿਦ ਨੇਚਰ, ਵਨਨੈਸ ਹੁੰਦਾ ਯੂਨਾਈਟਡ, ਇੱਕਮਿਕ ਹੋਣਾ, ਮਤਲਬ ਕਿ ਨੇਚਰ ਦੇ ਨਾਲ ਇੱਕਮਿਕ ਹੋਣ ਦੀਆਂ ਜਿਹੜੀਆਂ ਆਪਣੀਆਂ ਫੀਲਿੰਗਸ ਨੇ। ਦ ਪੋਇਟ ਕੰਪੇਅਰਸ ਹਿਮਸੈਲਫ ਟੂ ਦ ਕਿੰਗਫਿਸ਼ਰ, ਆਪਣੇ ਆਪ ਨੂੰ ਕਿੰਗਫਿਸ਼ਰ ਦੇ ਨਾਲ ਕੰਪੇਅਰ ਕਰਦਾ ਪੋਇਟ, ਮਤਲਬ ਕਿ ਜਿਸ ਤਰ੍ਹਾਂ ਕਿੰਗਫਿਸ਼ਰ ਹੈ ਆਪਣੇ ਆਪ ਨੂੰ ਵੀ ਚਾਹੁੰਦਾ ਕਿ ਮੈਂ ਵੀ ਕਿੰਗਫਿਸ਼ਰ ਦੀ ਤਰ੍ਹਾਂ ਹੀ ਰਹਾਂ। ਦ ਲਵਲੀ ਵਰਡ ਰਿਪਰੈਜ਼ੈਂਟਸ ਦ ਪੋਇਟ ਹਿਮਸੈਲਫ, ਜਿਹੜਾ ਇਹ ਲਵਲੀ ਵਰਡ ਹੈ ਇਹ ਪੋਇਟ ਨੂੰ ਹੀ ਰਿਪਰੈਜ਼ੈਂਟ ਕਰਦਾ ਹੈ। ਇਨ ਇਟਸ ਬ੍ਰਿਲੀਅੰਸ, ਬ੍ਰਿਲੀਅੰਸ ਹੁੰਦੇ ਚਮਕ, ਐਂਡ ਲੋਨਲੀਨੈਸ, ਅਤੇ ਆਪਣੇ ਇਕੱਲੇਪਣ ਦੇ ਵਿੱਚ, ਕਿਉਂਕਿ ਜਿਹੜਾ ਪੋਇਟ ਹੈ ਉਹ ਵੀ ਚਾਹੁੰਦਾ ਕਿ ਉਹ ਦੁਨੀਆ ਤੋਂ ਦੂਰ ਇਕੱਲਾ ਰਹੇ ਔਰ ਸ਼ਾਂਤ ਜ਼ਿੰਦਗੀ ਹੈ ਜਿਹੜੀ ਉਹ ਜੀਵੇ ਕਿੰਗਫਿਸ਼ਰ ਦੀ ਤਰ੍ਹਾਂ। ਕਿੰਗਫਿਸ਼ਰ ਇਜ਼ ਅ ਸਮਾਲ ਬਰਡ ਵਿਦ ਬ੍ਰਾਈਟ ਕਲਰਸ, ਛੋਟਾ ਜਿਹਾ ਇੱਕ ਪੰਛੀ ਹੈ, ਬ੍ਰਾਈਟ ਕਲਰਸ, ਚਮਕੀਲੇ ਰੰਗ ਨੇ ਜਿਹੜੇ ਮਤਲਬ ਉਸ ਦੇ ਵਿੱਚ ਦੇਖੇ ਜਾ ਸਕਦੇ ਨੇ। ਦ ਪੋਇਟ ਆਇਡੈਂਟੀਫਾਈਜ਼ ਹਿਮਸੈਲਫ ਵਿਦ ਦ ਵਰਡ, ਆਪਣੇ ਆਪ ਨੂੰ ਇਸ ਪੰਛੀ ਦੇ ਨਾਲ ਹੀ ਆਪਣੇ ਆਪ ਦੀ ਪਹਿਚਾਣ ਹੈ ਜਿਹੜੀ ਉਹ ਪੋਇਟ ਕਰਦਾ ਹੈ। ਹੀ ਇਜ਼ ਅਟਰੈਕਟਡ ਬਾਏ ਦ ਬ੍ਰਾਈਟ ਕਲਰਸ ਆਫ ਦ ਬਰਡ, ਜਿਹੜੇ ਇਸ ਪੰਛੀ ਦੇ ਬ੍ਰਾਈਟ ਕਲਰਸ ਨੇ ਉਹਨਾਂ ਤੋਂ ਮਤਲਬ ਜਿਹੜਾ ਪੋਇਟ ਹੈ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ।
ਦ ਪੋਇਟ ਕਾਲਸ ਦ ਕਿੰਗਫਿਸ਼ਰ ਨੂੰ ਉਹ ਕੀ ਕਹਿੰਦਾ ਹੈ, ਦ ਚਾਈਲਡ ਆਫ ਰੇਨਬੋ ਦਾ ਬੱਚਾ ਕਹਿ ਕੇ ਬੁਲਾਉਂਦਾ ਇਸ ਪੋਇਮ ਦੇ ਵਿੱਚ। ਹੀ ਇਮੈਜਿਨਸ ਦੈਟ, ਉਹ ਇਮੈਜਿਨ ਕਰਦਾ ਹੈ, ਦ ਰੇਨਬੋ ਇਜ਼ ਦ ਬਰਡਸ ਮਦਰ, ਕਿ ਜਿਹੜੇ ਰੇਨਬੋ ਹੈ ਉਹ ਇਸ ਪੰਛੀ ਦੀ ਮਾਂ ਹੈ। ਹੂ ਗੇਵ ਆਲ ਹਰ ਕਲਰਸ ਟੂ ਦ ਵਰਡ, ਜਿਸਨੇ ਕਿ ਇਸ ਪੰਛੀ ਨੂੰ ਆਪਣੇ ਸਾਰੇ ਕਲਰ ਨੇ ਜਿਹੜੇ ਉਹ ਦੇ ਦਿੱਤੇ, ਤਾਂ ਕਰਕੇ ਇਹ ਇੰਨਾ ਜ਼ਿਆਦਾ ਸੁੰਦਰ ਹੈ। ਦ ਕਿੰਗਫਿਸ਼ਰ ਆਲਵੇਜ਼ ਪ੍ਰੀਫਰਸ ਟੂ ਲਿਵ ਨੀਅਰ ਵਾਟਰ, ਜਿਹੜਾ ਕਿੰਗਫਿਸ਼ਰ ਹੈ ਉਹ ਹਮੇਸ਼ਾ ਕਹਿੰਦੇ ਪਾਣੀ ਦੇ ਨਜ਼ਦੀਕ ਰਹਿਣਾ ਮਤਲਬ ਕਿ ਪਸੰਦ ਕਰਦਾ ਹੈ, ਬਿਕੋਜ਼ ਇਟ ਇਜ਼ ਹੇਅਰ ਦੈਟ ਇਟ ਕੈਨ ਫਾਈਂਡ ਫਿਸ਼ ਟੂ ਈਟ, ਵੀ ਇੱਥੇ ਉਹ ਆਪਣੇ ਲਈ ਖਾਣ ਦੇ ਲਈ ਮੱਛਲੀਆਂ ਨੇ ਜਿਹੜੀਆਂ ਉਹ ਲੱਭ ਸਕਦਾ ਹੈ। ਹੋਵੈਵਰ, ਪਰੰਤੂ ਦ ਪੋਇਟ ਡਜ਼ਨਟ ਐਗਰੀ ਟੂ ਇਟ, ਪਰ ਜਿਹੜਾ ਪੋਇਟ ਹੈ ਉਹ ਇਸ ਚੀਜ਼ ਨਾਲ ਐਗਰੀ ਨਹੀਂ ਹੈਗਾ ਕਿ ਉੱਥੇ ਪਾਣੀ ਦੇ ਕੋਲ ਸਿਰਫ ਉਹ ਮੱਛੀਆਂ ਦੇ ਲਈ ਮਤਲਬ ਖਾਣ ਦੇ ਲਈ ਉੱਥੇ ਰਹਿੰਦਾ ਹੈ। ਹੀ ਬਲੀਵਸ, ਉਹ ਬਲੀਵ ਕਰਦਾ ਹੈ ਦੈਟ ਦ ਵਰਡ ਪ੍ਰੀਫਰਸ ਟੂ ਲਿਵ ਅਵੇ ਫਰੋਮ ਦ ਪਬਲਿਕ ਪਲੇਸ, ਕਿ ਉਹ ਪਬਲਿਕ ਪਲੇਸ ਤੋਂ ਦੂਰ ਰਹਿਣਾ ਚਾਹੁੰਦਾ ਹੈ। ਲਾਈਕ ਦ ਬਰਡ, ਇਸ ਪੰਛੀ ਦੀ ਤਰ੍ਹਾਂ ਹੀ ਦ ਪੋਇਟ ਇਜ਼ ਆਲਸੋ ਸ਼ਾਈ ਬਾਈ ਨੇਚਰ ਜਿਹੜਾ ਪੋਇਟ ਹੈ ਉਹ ਵੀ ਸ਼ਾਈ ਹੈ, ਸ਼ਰਮੀਲਾ ਹੈ। ਹੀ ਆਲਸੋ ਵਿਸ਼ਿਸ ਫॉर ਅ ਕਾਲਮ, ਉਹ ਵੀ ਸ਼ਾਂਤੀ ਚਾਹੁੰਦਾ ਹੈ, ਕੁਆਇਟ ਲਾਈਫ, ਸ਼ਾਂਤ ਜ਼ਿੰਦਗੀ ਚਾਹੁੰਦਾ ਹੈ, ਅਵੇ ਫਰੋਮ ਦ ਪਬਲਿਕ ਜ਼ੋਨ ਤੋਂ ਦੂਰ, ਦੁਨੀਆ ਤੋਂ ਦੂਰ ਕਹਿ ਸਕਦੇ ਹਾਂ। ਨੈਕਸਟ, ਇਸ ਤੋਂ ਅੱਗੇ ਦ ਪੋਇਟ ਕੰਪੇਅਰਸ ਦ ਕਿੰਗਫਿਸ਼ਰ ਵਿਦ ਦ ਪੀਕੌਕ ਦੇ ਨਾਲ, ਮੋਰ ਦੇ ਨਾਲ ਕੰਪੇਅਰ ਕਰਦਾ ਕਿੰਗਫਿਸ਼ਰ ਨੂੰ, ਐਂਡ ਬ੍ਰਿੰਗਸ ਆਊਟ ਦ ਡਿਫਰੈਂਸ ਬਿਟਵੀਨ ਦ ਟੂ ਵਰਡਸ, ਅਤੇ ਇਹਨਾਂ ਦੋਵਾਂ ਪੰਛੀਆਂ ਦੇ ਵਿਚਕਾਰ ਜੋ ਮਤਲਬ ਡਿਫਰੈਂਸ ਹੈ ਉਸ ਨੂੰ ਸਾਹਮਣੇ ਲਿਆਉਂਦਾ ਹੈ। ਬੋਥ ਦ ਬਰਡਸ ਆਰ ਬਿਊਟੀਫੁਲ ਵਿਦ ਦੇਅਰ ਸ਼ਾਈਨਿੰਗ ਕਲਰਸ, ਦੋਨੋਂ ਹੀ ਪੰਛੀ ਬਹੁਤ ਮਤਲਬ ਸੁੰਦਰ ਨੇ, ਇਹਨਾਂ ਦੇ ਬਹੁਤ ਵਧੀਆ ਕਲਰ ਨੇ ਇਹਨਾਂ ਪੰਛੀਆਂ ਦੇ। However, the peacock shows itself off, ਪਰ ਜਿਹੜਾ ਪੀਕੌਕ ਹੈ ਥੋੜੀ ਜਿਹੀ ਸ਼ੋਅ ਆਫ ਜ਼ਿਆਦਾ ਕਰਦਾ ਹੈ, ਐਂਡ ਲਿਵਸ ਇਨ ਦ ਕਿੰਗਸ ਗਾਰਡਨਸ, ਅਤੇ ਰਾਜਿਆਂ ਦੇ ਬਗੀਚਿਆਂ ਦੇ ਵਿੱਚ ਰਹਿੰਦਾ ਹੈ। ਦ ਪੋਇਟ ਵਾਂਟਸ ਦੈਟ, ਜਿਹੜਾ ਪੋਇਟ ਹੈ ਉਹ ਚਾਹੁੰਦਾ ਹੈ, ਦ ਲਿਟਲ ਕਿੰਗਫਿਸ਼ਰ ਸ਼ੁੱਡ ਆਲਸੋ ਸ਼ੋ ਇਟਸੈਲਫ ਬ੍ਰਿਲੀਅੰਸ, ਮਤਲਬ ਕਿ ਉਹ ਚਾਹੁੰਦਾ ਕਿ ਜਿਹੜਾ ਕਿੰਗਫਿਸ਼ਰ ਹੈ ਉਹ ਵੀ ਆਪਣੇ ਆਪ ਨੂੰ ਸ਼ੋਅ ਆਫ ਕਰੇ, ਆਪਣੀ ਚਮਕ ਹੈ ਜਿਹੜੀ ਬ੍ਰਿਲੀਅੰਸ ਉਸ ਨੂੰ ਦਿਖਾਵੇ, ਟੂ ਦ ਹੋਲ ਵਰਲਡ, ਸਾਰੀ ਦੁਨੀਆ ਨੂੰ। ਇਟ ਸ਼ੁੱਡ ਡਿਸਪਲੇ ਇਟਸੈਲਫ, ਉਸ ਨੂੰ ਆਪਣੇ ਆਪ ਨੂੰ ਮਤਲਬ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ, ਟੂ ਦ ਪ੍ਰਾਊਡ ਕਿੰਗਸ, ਜਿਹੜੇ ਘਮੰਡੀ ਰਾਜੇ ਨੇ ਉਹਨਾਂ ਦੇ ਸਾਹਮਣੇ। ਬਟ ਦ ਕਿੰਗਫਿਸ਼ਰ ਇਜ਼ ਨਾਟ ਪ੍ਰਾਊਡ, ਪਰ ਜਿਹੜਾ ਕਿੰਗਫਿਸ਼ਰ ਹੈ ਉਹ ਘਮੰਡੀ ਨਹੀਂ ਹੈਗਾ, ਔਰ ਅੰਬੀਸ਼ੀਅਸ, ਔਰ ਨਾ ਹੀ ਅਭਿਲਾਸ਼ ਹੈ ਉਸਨੂੰ ਕਿਸੇ ਚੀਜ਼ ਦੀ, ਅਭਿਲਾਸ਼ੀ ਨਹੀਂ ਹੈਗਾ। ਇਟ ਰਿਮੇਨਸ ਅਵੇ ਫਰੋਮ ਦ ਪਬਲਿਕ ਸ਼ੋ, ਮਤਲਬ ਕਿ ਇਹ ਪਬਲਿਕ ਹੈ ਜਿਹੜੀ ਉਸ ਤੋਂ ਦੂਰ ਰਹਿਣਾ ਪਸੰਦ ਕਰਦਾ ਹੈ। ਇਟ ਲਵਸ ਟੂ ਲਿਵ ਨੀਅਰ ਲੋਨਲੀ ਪੂਲਸ ਐਂਡ ਲੇਕਸ, ਮਤਲਬ ਕਿ ਜਿਹੜੇ ਸੁਨਸਾਨ ਪੂਲਸ ਅਤੇ ਲੇਕਸ ਨੇ ਲੋਨਲੀ, ਉੱਥੇ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ। ਦ ਪੋਇਟ ਆਲਸੋ, ਪੋਇਟ ਵੀ ਲਾਈਕ ਕਿੰਗਫਿਸ਼ਰ ਦੀ ਤਰ੍ਹਾਂ ਹੀ ਡਜ਼ਨਟ ਵਾਂਟ ਫੇਮ ਐਂਡ ਐਪਰੀਸੀਏਸ਼ਨ, ਪੋਇਟ ਵੀ ਮਤਲਬ ਫੇਮ ਅਤੇ ਐਪਰੀਸੀਏਸ਼ਨ ਨਹੀਂ ਚਾਹੁੰਦਾ। ਹੀ ਵਾਂਟਸ ਟੂ ਲਿਵ ਅ ਪੀਸਫੁਲ ਲਾਈਫ, ਉਹ ਪੀਸਫੁਲ ਲਾਈਫ ਹੈ ਜਿਹੜੀ ਉਹ ਚਾਹੁੰਦਾ ਹੈ, ਸ਼ਾਂਤ ਲਾਈਫ। ਫੇਅਰ ਫਰੋਮ ਦ ਪਬਲਿਕ ਕਰਾਊਡ ਤੋਂ ਦੂਰ, ਦੁਨੀਆ ਤੋਂ ਦੂਰ। ਹੀ ਵਿਸ਼ਿਸ ਫॉर ਅ ਕੁਆਇਟ, ਮਤਲਬ ਉਹ ਵਿਸ਼ ਕਰਦਾ ਕੁਆਇਟ, ਸ਼ਾਂਤੀ ਦੀ। ਗ੍ਰੀਨ ਪਲੇਸ, ਮਤਲਬ ਹਰਿਆਲੀ ਹੋਵੇ ਜਿੱਥੇ। ਨੀਅਰ ਅ ਪੂਲ, ਮਤਲਬ ਪੂਲ ਦੇ ਨਜ਼ਦੀਕ। ਵੇਅਰ ਅ ਟਰੀ ਬੈਂਡਸ ਓਵਰ ਹਿਮ, ਜਿੱਥੇ ਦਰਖਤ ਹੈ ਜਿਹੜਾ ਉਸ ਦੇ ਉੱਪਰ ਝੁਕਿਆ ਹੋਵੇ। ਐਜ਼ ਅ ਮਦਰ ਬੈਂਡਸ ਓਵਰ ਹਰ ਚਾਈਲਡ, ਜਿਸ ਤਰ੍ਹਾਂ ਕਿ ਇੱਕ ਮਾਤਾ ਆਪਣੇ ਬੱਚੇ ਦੇ ਉੱਪਰ ਹੈ ਜਿਹੜੀ ਉਹ ਝੁਕੀ ਹੁੰਦੀ ਹੈ। ਐਂਡ ਅੱਗੇ ਨੈਕਸਟ ਦੇਖੋ, ਆਪਣੀ ਇਸ ਪੋਇਮ ਦੇ ਰੈਫਰੈਂਸ ਟੂ ਦਾ ਕੰਟੈਕਸਟ ਹੈ ਜਿਹੜੇ ਉਹ ਆਪਾਂ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਫਸਟ ਸਟੈਂਜਾ, ਇਹ ਤੁਸੀਂ ਲਿਖ ਸਕਦੇ ਹੋ। ਇਸ ਦਾ ਕੰਟੈਕਸਟ ਸਭ ਤੋਂ ਪਹਿਲਾਂ, these lines have been taken from the poem The Kingfisher written by W.H. Davies, ਇਸ ਪੋਇਮ ਦੇ ਵਿੱਚੋਂ ਲਈਆਂ ਗਈਆਂ ਨੇ। In this poem the writer, ਇੱਥੇ ਰਾਈਟਰ ਆਊਗਾ। The writer describes the beauty and brightness of a bird, the kingfisher। ਇਸ ਪੋਇਮ ਦੇ ਵਿੱਚ ਜਿਹੜਾ ਕਿੰਗਫਿਸ਼ਰ ਵਰਡ ਹੈ, ਇਸ ਦੀ ਬਿਊਟੀ ਤੇ ਬ੍ਰਾਈਟਨੈਸ ਹੈ ਜਿਹੜੀ ਉਸ ਨੂੰ ਮਤਲਬ ਐਕਸਪ੍ਰੈਸ ਕੀਤਾ ਹੈ, ਡਿਸਕ੍ਰਾਈਬ ਕੀਤਾ ਹੈ। The poet is attracted by the bright colors of the bird, ਇਸ ਪੰਛੀ ਦੇ ਜਿਹੜੇ ਬ੍ਰਾਈਟ ਚਮਕੀਲੇ ਰੰਗ ਨੇ ਉਹਨਾਂ ਤੋਂ ਪ੍ਰਭਾਵਿਤ ਹੁੰਦਾ ਹੈ ਆਪਣਾ ਪੋਇਟ। The bird kingfisher prefers to live lonely place near the pools and lakes, ਉਹ ਮਤਲਬ lonely ਇਕਾਂਤ ਵਾਲੀ ਜਗ੍ਹਾ ਤੇ ਰਹਿਣਾ ਪਸੰਦ ਕਰਦਾ ਕਿੰਗਫਿਸ਼ਰ, ਪੂਲਸ ਅਤੇ ਲੇਕਸ ਦੇ ਕੋਲੇ।
ਸਿਮਿਲਰਲੀ ਉਸੇ ਤਰ੍ਹਾਂ ਦ ਪੋਇਟ ਆਲਸੋ ਵਾਂਟਸ ਟੂ ਲਿਵ ਅ ਪੀਸਫੁਲ ਲਾਈਫ, ਪੋਇਟ ਵੀ ਇੱਕ ਪੀਸਫੁਲ ਲਾਈਫ ਹੈ ਜਿਹੜੀ ਉਹ ਜਿਉਣਾ ਚਾਹੁੰਦਾ ਹੈ, ਫਾਰ ਫਰੋਮ ਦ ਪਬਲਿਕ ਕਰਾਊਡ, ਦੁਨੀਆ ਤੋਂ ਦੂਰ। ਹੀ ਆਲਸੋ ਕੰਪੇਅਰਸ ਦ ਬਿਊਟੀ ਆਫ ਕਿੰਗਫਿਸ਼ਰ ਵਿਦ ਦ ਬਿਊਟੀ ਆਫ ਪੀਕੌਕ, ਪੀਕੌਕ ਦੇ ਨਾਲ ਉਸਦਾ ਕੰਪੇਅਰ ਵੀ ਕਰਦਾ ਹੈ। ਬੋਥ ਆਰ ਬਿਊਟੀਫੁਲ ਵਿਦ देयर शाइनिंग ਕਲਰਸ, ਦੋਨੋਂ ਹੀ ਆਪਣੇ ਕਲਰਸ ਦੇ ਮੁਤਾਬਕ ਜੇਕਰ ਦੇਖੀਏ ਦੋਨੋਂ ਹੀ ਬਹੁਤ ਸੁੰਦਰ ਨੇ। ਬਟ ਦ ਕਿੰਗਫਿਸ਼ਰ ਡਜ਼ਨਟ ਸ਼ੋ ਇਟਸੈਲਫ ਆਫ, ਪਰ ਜਿਹੜਾ ਕਿੰਗਫਿਸ਼ਰ ਹੈ ਉਹ ਸ਼ੋ ਆਫ ਨਹੀਂ ਕਰਦਾ ਲਾਈਕ ਪੀਕੌਕ, ਪੀਕੌਕ ਦੀ ਤਰ੍ਹਾਂ, ਕਿਉਂਕਿ ਪੀਕੌਕ ਹੈ ਜਿਹੜਾ ਉਹ ਕਹਿੰਦੇ ਥੋੜ੍ਹਾ ਜਿਹਾ ਆਪਣੇ ਕਲਰਸ ਆਪਣੀ ਸੁੰਦਰਤਾ ਨੂੰ ਸ਼ੋ ਆਫ ਕਰਦਾ ਹੈ। ਐਂਡ ਅੱਗੇ ਦੇਖੋ ਇਸ ਸਟੈਂਜੇ ਦੀ ਆਪਾਂ ਐਕਸਪਲੇਨੇਸ਼ਨ ਜਿਹੜੀ ਉਹ ਦੇਖਦੇ ਹਾਂ। In these lines the poet tells us about the colors of the kingfisher, kingfisher ਜਿਹੜੇ ਕਲਰਸ ਨੇ ਉਹਨਾਂ ਬਾਰੇ ਸਾਨੂੰ ਦੱਸਦਾ ਹੈ। He describes the beauty of ਆਫ ਨਹੀਂ ਆਏਗਾ, ਸੌਰੀ ਤੁਸੀਂ ਆਫ ਇੱਥੋਂ ਕੱਟ ਦੇਣਾ, ਐਂਡ ਮਤਲਬ ਕਿ ਹੀ ਡਿਸਕ੍ਰਾਈਬਸ ਦ ਬਿਊਟੀ ਐਂਡ ਬ੍ਰਾਈਟਨੈਸ ਆਫ ਅ ਬਰਡ, ਦ ਕਿੰਗਫਿਸ਼ਰ, ਮਤਲਬ ਕਿੰਗਫਿਸ਼ਰ ਦੀ ਬਿਊਟੀ ਅਤੇ ਬ੍ਰਾਈਟਨੈਸ ਹੈ ਜਿਹੜੀ ਉਸ ਨੂੰ ਡਿਸਕ੍ਰਾਈਬ ਕਰਦਾ ਹੈ। ਹੀ ਇਮੈਜਨਸ ਦੈਟ ਦ ਰੇਨਬੋ ਇਜ਼ ਦੀ ਵਰਡਸ ਮਦਰ, ਉਹ ਇਮੈਜਿਨ ਕਰਦਾ ਕਿ ਜਿਹੜਾ ਰੇਨਬੋ ਹੈ ਉਹ ਇਸ ਪੰਛੀ ਦੀ ਮਾਤਾ ਹੈ। ਹੂ ਗੇਵ ਆਲ ਹਰ ਕਲਰਸ ਟੂ ਦ ਵਰਡ, ਜਿਸਨੇ ਕਿ ਆਪਣੇ ਸਾਰੇ ਕਲਰ ਇਸ ਪੰਛੀ ਨੂੰ ਦੇ ਦਿੱਤੇ। ਦ ਰੇਨਬੋ ਇਟਸੈਲਫ ਇਜ਼ ਦੀ ਡਾਟਰ ਆਫ ਟੀਅਰਸ, ਜਿਹੜੀ ਰੇਨਬੋ ਹੈ ਉਹ ਖੁਦ ਵੀ ਮਤਲਬ ਟੀਅਰਸ ਦੀ ਮਤਲਬ ਕਿ ਬੇਟੀ ਹੈਗੀ। ਦੈਟ ਇਜ਼ ਦ ਰੀਜ਼ਨ, ਇਹੀ ਰੀਜ਼ਨ ਹੈ ਵਾਈ ਦ ਕਿੰਗਫਿਸ਼ਰ ਆਲਵੇਜ਼ ਪ੍ਰੀਫਰਸ ਟੂ ਲਿਵ ਨੀਅਰ ਦ ਪੂਲਸ, ਇਸੇ ਕਰਕੇ ਜਿਹੜਾ ਕਿੰਗਫਿਸ਼ਰ ਹੈ ਉਹ ਹਮੇਸ਼ਾ ਪੂਲਸ ਦੇ ਨਜ਼ਦੀਕ ਰਹਿਣਾ ਪਸੰਦ ਕਰਦਾ ਹੈ। ਦ ਪੋਇਟ ਕੰਪੇਅਰਸ ਹਿਮਸੈਲਫ ਵਿਦ ਦ ਬਰਡ, ਆਪਣੇ ਆਪ ਨੂੰ ਇਸ ਵਰਡ ਦੇ ਨਾਲ ਕੰਪੇਅਰ ਕਰਦਾ, ਬਿਕੋਜ਼ ਲਾਈਕ ਦ ਕਿੰਗਫਿਸ਼ਰ, ਕਿੰਗਫਿਸ਼ਰ ਦੀ ਤਰ੍ਹਾਂ ਹੀ ਆਲਸੋ ਪ੍ਰੀਫਰਸ ਟੂ ਲਿਵ ਲੋਨਲੀ ਨੀਅਰ, ਉਦੋਂ ਬਾਅਦ ਇਹ ਸਾਰਾ ਕੱਟ ਦੇਣਾ, ਇੱਥੋਂ ਬਾਅਦ ਟੂ ਲਿਵ ਲੋਨਲੀ ਨੀਅਰ ਦ ਪੂਲ, ਮਤਲਬ ਪੂਲ ਦੇ ਕੋਲ ਇਕੱਲਾ ਰਹਿਣਾ ਚਾਹੁੰਦਾ ਹੈ। ਵੇਅਰ ਦ ਬ੍ਰਾਂਚਸ ਆਫ ਦ ਟਰੀ, ਜਿੱਥੇ ਦਰਖਤ ਦੀਆਂ ਟਹਿਣੀਆਂ ਬ੍ਰਾਂਚਸ ਹੁੰਦੀਆਂ ਨੇ, ਟਹਿਣੀਆਂ ਡ੍ਰੌਪਸ ਓਵਰ ਵਾਟਰ, ਮਤਲਬ ਉਸ ਉੱਪਰ ਪਾਣੀ ਹੈ ਜਿਹੜਾ ਉਸ ਦੀਆਂ ਬੂੰਦਾਂ ਸੁੱਟਣ, ਐਜ਼ ਇਫ ਦੇ ਵਰ ਵੀਪਿੰਗ, ਜਿਸ ਤਰ੍ਹਾਂ ਕਿ ਉਹ ਰੋ ਰਹੀਆਂ ਹੋਣ। ਨੈਕਸਟ ਦੇਖੋ ਸਟੈਂਜਾ, ਇਹ ਤੁਸੀਂ ਲਿਖ ਲੈਣਾ, ਗਾਈਡ ਤੋਂ ਲਿਖ ਲੈਣਾ ਜਾਂ ਫਿਰ ਗੂਗਲ ਤੋਂ ਲਿਖ ਲੈਣਾ, ਮੈਂ ਪੂਰਾ ਨਹੀਂ ਲਿਖਿਆ। ਕੌਨਟੈਕਸਟ ਸੇਮ ਐਜ਼ ਪ੍ਰੀਵੀਅਸ ਰੱਖਣਾ। ਐਕਸਪਲੇਨੇਸ਼ਨ ਦੇਖੋ ਆਪਣੇ ਇਸ ਸਟੈਂਜੇ ਦੀ। In these lines the poet compares the kingfisher with the peacock and brings out the difference between the two words, peacock ਦੇ ਨਾਲ ਕੰਪੇਅਰ ਕਰਦਾ ਕਿੰਗਫਿਸ਼ਰ ਨੂੰ ਅਤੇ ਉਹਨਾਂ ਦੋਵਾਂ ਦੇ ਵਿੱਚ ਡਿਫਰੈਂਸ ਹੈ ਜਿਹੜਾ ਉਹ ਮਤਲਬ ਲੈ ਕੇ ਆਉਂਦਾ ਹੈ। Both the words are beautiful with their shining colors, ਦੋਨੋਂ ਹੀ ਆਪਣੇ ਕਲਰਸ ਦੇ ਕਾਰਨ ਬਹੁਤ ਸੁੰਦਰ ਨੇ। However the peacock shows itself off, ਜਿਹੜਾ ਪੀਕੌਕ ਹੈ ਥੋੜਾ ਜਿਹਾ ਸ਼ੋ ਆਫ ਜ਼ਿਆਦਾ ਕਰਦਾ ਹੈ, and lives in the king's gardens, ਅਤੇ ਰਾਜਿਆਂ ਦੇ ਬਗੀਚਿਆਂ ਦੇ ਵਿੱਚ ਰਹਿੰਦਾ ਹੈ। The poet wants that the little ਕਿੰਗਫਿਸ਼ਰ, ਜਿਹੜਾ ਪੋਇਟ ਹੈ ਉਹ ਚਾਹੁੰਦਾ ਕਿ ਜਿਹੜਾ ਛੋਟਾ ਕਿੰਗਫਿਸ਼ਰ ਪੰਛੀ ਹੈ ਸ਼ੁੱਡ ਆਲਸੋ ਸ਼ੋ ਇਟਸੈਲਫ ਬ੍ਰਿਲੀਅੰਸ, ਉਸ ਨੂੰ ਵੀ ਆਪਣੀ ਬ੍ਰਿਲੀਅੰਸ ਚਮਕ ਜਿਹੜੀ ਹੈ ਦਿਖਾਉਣੀ ਚਾਹੀਦੀ ਹੈ ਟੂ ਦ ਹੋਲ ਵਰਲਡ, ਵੀ ਸਾਰੀ ਦੁਨੀਆ ਨੂੰ ਉਸ ਨੂੰ ਵੀ ਆਪਣੀ ਚਮਕ ਹੈ ਜਿਹੜੀ ਉਹ ਮੋਰ ਦੀ ਤਰ੍ਹਾਂ ਦਿਖਾਉਣੀ ਚਾਹੀਦੀ ਹੈ। ਇਟ ਸ਼ੁੱਡ ਡਿਸਪਲੇ ਇਟਸੈਲਫ ਟੂ ਦ ਪ੍ਰਾਊਡ ਕਿੰਗਸ, ਮਤਲਬ ਇਸ ਨੂੰ ਆਪਣੇ ਆਪ ਨੂੰ ਜਿਹੜੇ ਘਮੰਡੀ ਰਾਜੇ ਨੇ ਉਹਨਾਂ ਦੇ ਸਾਹਮਣੇ ਆਪਣੇ ਆਪ ਨੂੰ ਦਿਖਾਉਣਾ ਚਾਹੀਦਾ ਹੈ। ਦ ਕਲਰਫੁਲ ਵਰਡ ਸ਼ੁੱਡ ਸਿਟ ਔਨ ਦ ਬ੍ਰਾਂਚਸ ਆਫ ਅ ਟਰੀ, ਮਤਲਬ ਦਰਖਤ ਦੀਆਂ ਟਾਹਣੀਆਂ ਤੇ ਇਸ ਨੂੰ ਬੈਠਣਾ ਚਾਹੀਦਾ ਹੈ। ਐਂਡ ਫਲਟਰ ਇਟਸ ਵਿੰਗਸ, ਫਲਟਰ ਹੁੰਦਾ ਫੈਲਾਉਣਾ, ਤੇ ਆਪਣੇ ਪੰਖ ਨੇ ਜਿਹੜੇ ਫੈਲਾਉਣੇ ਚਾਹੀਦੇ ਨੇ। ਇਨ ਫਰੰਟ ਆਫ ਦ ਵਿੰਡੋਜ਼ ਆਫ ਸਮ ਰਾਇਲ ਚੈਂਬਰਸ, ਚੈਂਬਰ ਹੁੰਦਾ ਹੈ ਜਿਹੜੇ ਆਪਣੇ ਰਾਜੇ ਮਹਾਰਾਜਿਆਂ ਦੇ ਮਹਿਲ ਹੁੰਦੇ ਨੇ, ਉਹਨਾਂ ਦੇ ਜੋ ਵੱਡੇ ਵੱਡੇ ਮਤਲਬ ਰੂਮ ਕਹਿ ਸਕਦੇ ਹਾਂ ਆਪਾਂ ਆਪਣੇ ਇੰਗਲਿਸ਼ ਦੇ ਵਿੱਚ, ਮਾਡਰਨ ਇੰਗਲਿਸ਼ ਦੇ ਵਿੱਚ ਆਪਾਂ ਰੂਮ ਕਹਿ ਸਕਦੇ ਹਾਂ ਚੈਂਬਰ ਨੂੰ, ਮਤਲਬ ਕਿ ਉਹਨਾਂ ਦੇ ਮਹਿਲਾਂ ਦੇ ਅੱਗੇ ਉਸ ਨੂੰ ਦਰਖਤ ਦੀ ਟਾਹਣੀਆਂ ਤੇ ਬੈਠ ਕੇ ਆਪਣੇ ਪੰਖ ਨੇ ਜਿਹੜੇ ਉਹ ਫੈਲਾਉਣੇ ਚਾਹੀਦੇ ਨੇ ਕਿੰਗਫਿਸ਼ਰ ਨੂੰ। ਸੋ ਅੱਗੇ ਥਰਡ ਸਟੈਂਜਾ ਦੇਖੋ, ਇਸ ਦਾ ਜਿਹੜਾ ਕੌਨਟੈਕਸਟ ਹੈ ਸੇਮ ਐਜ਼ ਬਿਫੋਰ ਰਹੇਗਾ। ਐਕਸਪਲੇਨੇਸ਼ਨ ਦੇਖਦੇ ਹਾਂ। ਇਨ ਦੀਜ਼ ਲਾਈਨਸ ਦ ਪੋਇਟ ਚੇਂਜਸ ਹਿਜ਼ ਵਿਊਜ਼, ਆਪਣੇ ਜਿਹੜੇ ਵਿਊਜ਼ ਨੇ, ਚੇਂਜਸ ਹਿਜ਼ ਔਨ ਵਿਊਜ਼, ਆਪਣੇ ਜਿਹੜੇ ਵਿਊਜ਼ ਨੇ ਉਹ ਚੇਂਜ ਕਰਦੇ, ਪੋਇਟ ਜਿਹੜਾ ਚੇਂਜ ਕਰਦਾ। ਦੈਟ ਕਿੰਗਫਿਸ਼ਰ ਸ਼ੁੱਡ ਸ਼ੋ ਆਫ ਇਟਸ ਬਿਊਟੀ, ਕਿ ਕਿੰਗਫਿਸ਼ਰ ਨੂੰ ਆਪਣੀ ਬਿਊਟੀ ਹੈ ਜਿਹੜੀ ਉਹ ਦਿਖਾਉਣੀ ਚਾਹੀਦੀ ਹੈ ਟੂ ਦ ਵਰਲਡ, ਮਤਲਬ ਇਹ ਜਿਹੜੇ ਉਸ ਦੇ ਪਹਿਲਾਂ ਵਿਊਜ਼ ਸੀਗੇ ਕਿ ਦਿਖਾਉਣੀ ਚਾਹੀਦੀ ਹੈ ਬਿਊਟੀ, ਉਸ ਨੂੰ ਚੇਂਜ ਕਰਦਾ ਆਪਣੇ ਵਿਊਜ਼ ਨੂੰ। ਹੀ ਸੇਜ਼, ਉਹ ਕਹਿੰਦਾ ਹੈ ਦੈਟ ਦ ਕਿੰਗਫਿਸ਼ਰ ਇਜ਼ ਨਾਟ ਪ੍ਰਾਊਡ ਐਂਡ ਐਂਬੀਸ਼ੀਅਸ, ਕਿਹੜਾ ਕਿੰਗਫਿਸ਼ਰ ਹੈ ਉਹ ਨਾ ਤਾਂ ਘਮੰਡੀ ਹੈ ਨਾ ਐਂਬੀਸ਼ੀਅਸ ਹੈ, ਅਭਿਲਾਸੀ ਹੈ ਕਿਸੇ ਚੀਜ਼ ਦਾ। ਇਟ ਪ੍ਰੀਫਰਸ ਟੂ ਲਿਵ ਅਵੇ ਫਰੋਮ ਦ ਪਬਲਿਕ ਜ਼ੋਨ, ਇਹ ਪਬਲਿਕ ਜ਼ੋਨ ਤੋਂ ਦੂਰ ਰਹਿਣਾ ਚਾਹੁੰਦਾ ਹੈ। ਦ ਬਰਡ ਲਵਜ਼ ਟੂ ਲਿਵ ਨੀਅਰ ਦ ਪੂਲ ਬਿਕੋਜ਼ ਇਟ ਲਵਜ਼ ਕੁਆਇਟ ਪਲੇਸਿਸ, ਮਤਲਬ ਪੂਲ ਦੇ ਕੋਲ, ਲੋਨਲੀ ਪੂਲ ਦੇ ਕੋਲ ਰਹਿਣਾ ਚਾਹੁੰਦਾ, ਇਕਾਂਤ ਵਾਲੇ 'ਚ, ਜਿੱਥੇ ਮਤਲਬ ਕੁਆਇਟ ਪਲੇਸ ਜਿਹੜੀ ਕਿ ਬਿਲਕੁਲ ਸ਼ਾਂਤ ਜਗ੍ਹਾ ਹੈ।
द पोइट ऑल्सो लाइक किंगफिशर, पोइट भी किंगफिशर की तरह डजंट वॉन्ट फेम एंड एप्रीसीएशन, वो भी फेम प्रसिद्धि और एप्रीसीएशन शाबाशी नहीं चाहता। ही वॉन्ट्स टू लिव अ पीसफुल लाइफ, वो शांत जिंदगी है जी पीसफुल लाइफ जीना चाहता है। फेयर फ्रॉम द पब्लिक क्राउड तो दूर। ही विशेस फॉर अ क्वाइट, मतलब वो शांति की विश करता है। ग्रीन प्लेस की हरियाली की कामना करता है। नीयर अ लॉनली पूल के कोल। वेयर अ ट्री बैंड्स ओवर हिम, जिथे जो दरख्त है वो उसके उपर बैंड झुके। एज अ मदर बैंड्स ओवर हर चाइल्ड, जिस तरह की एक माता अपने बच्चे के उपर झुकती है। सो ये सी अपनी पोएम द किंगफिशर, इस द लॉन्ग क्वेश्चन एंड रैफरेंस टू द कॉन्टैक्सट। सो जेकर वीडियो चंगी लगी है, समझ आया है, तो वीडियो को लाइक शेयर तो कमेंट जरूर करो। और जेकर तुसीं चैनल पर नवे हो तो चैनल को सबसक्राइब करना बिल्कुल नहीं भूलना। सो मिलते हैं अगली वीडियो लैके, उदों तक दो इजाजत। थैंक यू सो मच।